अस्सलामुअलैकुम। बिहाड़ी गोट फार्म मोहम्मद शाहद। हाँ जी दोस्तों, की हाल आ? अच्छा दोस्तों, अज ना तुहानूं मैं एक चीज़ समझा देवां। अक्सर दोस्त कहते हैं कि बच्चे जिहड़े साडे कमज़ोर रह जाते आ, तो फिर जिहड़े बच्चे कमज़ोर रह जाते हैं ना, ਉਹਦੇ ਵਿੱਚ ਕਈਆਂ ਨੂੰ ਫਿਰ ਇਹ ਕੰਡੀਸ਼ਨ ਬਣ ਜਾਂਦੀ ਹੈ ਕਿ ਲੂਜ਼ ਮੋਸ਼ਨ ਲੱਗ ਜਾਂਦੇ ਆ। ਕਿਉਂਕਿ ਤੁਹਾਨੂੰ ਪਤਾ ਵਾ ਕਿ ਜਦੋਂ ਬੱਚਾ ਜਿਹੜਾ ਕਮਜ਼ੋਰ ਹੁੰਦਾ ਨਾ, ਉਹਨੂੰ ਫਿਰ ਜਾਂ ਲੂਜ਼ ਮੋਸ਼ਨ ਜਾਂ ਕੋਈ ਨਾ ਕੋਈ ਮਸਲਿਆਂ ਵਿੱਚ ਜਦੋਂ ਆ ਜਾਂਦਾ ਵਾ, ਤੇ ਉਹ ਰਹਿੰਦਾ ਰਹਿ ਜਾਂਦਾ ਵਾ, ਤੇ ਅਕਸਰ ਬੱਚੇ ਜਿਹੜੇ ਉਹ ਐਕਸਪਾਇਰ ਹੋ ਜਾਂਦੇ ਆ। ਤੇ ਏਜ ਵਾਈਜ਼ ਜਿਹੜਾ ਹੈ ਵਾ, ਉਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੋਇਆ ਕਿ ਮੈਂ ਕਿਸ ਤਰ੍ਹਾਂ ਮੈਂ ਬੱਚੇ ਛੋੜੇ ਹੋਏ ਸੀਗੇ। ਸਾਰੇ ਤਕਰੀਬਨ ਮਿਕਸ ਹੈ ਸੀ, ਵਿੱਚੇ ਪੱਠਾਂ ਵੀ ਹੈ ਸੀ, ਵਿੱਚੇ ਹੀ ਬੱਕਰੇ ਸੀਗੇ। ਹੁਣ ਮੈਂ ਅਲੱਗ ਕਰ ਦਿੱਤੇ ਆ। ਅੱਜ ਮੈਂ ਤੁਹਾਨੂੰ ਨਾ ਸਟੈਪ ਬਾਈ ਸਟੈਪ ਪੋਰਸ਼ਨ ਵਾਈਜ਼ ਨਾ ਤੁਹਾਨੂੰ ਮੈਂ ਅੱਜ ਦਿਖਾਉਂਦਾ ਵਾ। ਇਹ ਵਾ ਜੀ ਬੱਕਰੇ ਮੈਂ ਅਲੱਗ ਜਿਹੜੇ ਕੀਤੇ ਹੋਏ ਆ, ਜਿਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈ ਨਾ ਬੱਕਰੇ ਜਿਹੜੇ ਹੈ ਵਾ, ਪੱਠਾਂ ਅਲੱਗ ਜਿਹੜੀਆਂ ਕੀਤੀਆਂ ਉਹ ਵੀ, ਅਤੇ ਬੱਕਰੇ ਇਹਦੇ ਵਿੱਚ 7 ਮਹੀਨੇ ਦੇ ਬੱਕਰੇ ਆ। ਛੋਟੇ ਤੋਂ ਛੋਟਾ 3 ਮਹੀਨੇ, ਸੌਰੀ 3.5 ਮਹੀਨੇ, ਅਤੇ ਵੱਡੇ ਤੋਂ ਵੱਡੇ ਜਿਹੜੇ ਆ ਨਾ ਉਹ 7 ਮਹੀਨੇ ਦਾ। ਇਹ ਜਿਹੜੇ ਤੁਸੀਂ ਦੇਖ ਰਹੇ ਇਹ ਬੱਕਰਿਆਂ ਦੇ ਪੋਰਸ਼ਨ ਵਿੱਚ ਮੈਂ ਖੜਾ ਵਾਂ, ਠੀਕ ਆ। ਇਹ ਦੇਖ ਲਓ। ਅਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਵਾਂ ਪੱਠਾਂ ਵਾਲੇ ਪੋਰਸ਼ਨ ਵਿੱਚ, ਉਹ ਵੀ ਤੁਹਾਨੂੰ ਮੈਂ ਜ਼ਰਾ ਚੈੱਕ ਕਰਾਉਣਾ ਵਾ। ਅੱਛਾ ਦੋਸਤੋ, ਇਹ ਹੁਣ ਮੈਂ ਇਸ ਟਾਈਮ ਆ ਗਿਆ ਵਾਂ ਪੱਠਾਂ ਵਾਲੇ ਪੋਰਸ਼ਨ ਦੇ ਵਿੱਚ ਨਾ। ਆ ਜਿਹੜੀਆਂ ਪੱਠਾਂ ਇਹਦੇ ਵਿੱਚ ਵੀ ਉਹੀ ਸੇਮ ਜਿਹੜੀਆਂ ਉੱਧਰੋਂ ਬੱਕਰਿਆਂ 'ਚੋਂ ਕੱਢ ਕੇ ਅਲੱਗ ਕੀਤੀਆਂ ਆ, ਕੁਛ ਬੈਠੀਆਂ ਹੋਈਆਂ ਵਾ 3.5 ਮਹੀਨੇ ਤੋਂ ਲੱਗ ਕੇ ਅਤੇ 7 ਮਹੀਨੇ ਤੱਕ ਜਿਹੜੀਆਂ ਪੱਠਾਂ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ, ਠੀਕ ਆ। ਅਤੇ ਇਹ ਜਿਹੜੀਆਂ ਉਹ ਪੱਠਾਂ ਵਾ ਜਿਹੜੀਆਂ ਉੱਧਰੋਂ ਕੱਢੀਆਂ ਹੋਈਆਂ, ਇਹ ਅਲੱਗ ਕਰ ਦਿੱਤੀਆਂ ਵਾ। ਇਹਨਾਂ ਦੀ ਵੀ ਸਿਹਤ ਵੇਖ ਲਵੋ, ਅਤੇ ਜਿਹੜੇ ਉੱਧਰ ਬੱਕਰੇ ਹੈ ਸੀ ਉਹ ਵੀ ਮੈਂ ਤੁਹਾਨੂੰ ਦਿਖਾਏ ਆ। ਇਹ ਕੁਛ ਖਾ ਰਹੀਆਂ ਵਾ, ਕੁਛ ਹੈ ਵਾ। ਇਹ ਦੇਖ ਲਓ, ਇਹ ਨਾ ਇਹ ਮਾਸ਼ਾਅੱਲਾ ਸਾਰੀਆਂ ਇਹ ਪੱਠਾਂ ਵਾ ਇਹ ਜਿਹੜੀਆਂ। ਅਤੇ ਮੇਨ ਜਿਹੜਾ ਚੀਜ਼ ਜਿਹੜੀ ਹੈ ਉਹ ਵੀ ਮੈਂ ਤੁਹਾਨੂੰ ਅੱਜ ਸਮਝਾਉਣਾ ਵਾ ਕਿ ਮੈਂ ਇਹਦੇ 'ਚ ਕੀਤਾ ਕੀ ਆ। ਇਹ ਦੇਖ ਲਓ, ਇਹ ਜਿਹੜੇ ਵਿੱਚ ਹੈ ਨਾ ਕੋਈ 4-5 ਬੱਚੇ ਤੁਹਾਨੂੰ ਨਜ਼ਰ ਆ ਰਹੇ ਆ। ਇਹ ਜਿਸ ਤਰ੍ਹਾਂ ਇਹ ਛੋਟਾ ਵਾ, ਇੱਕ ਉਹ ਖਾ ਰਹੀ ਆ। ਇਹਨਾਂ ਨੂੰ ਹਜੇ ਵੀ ਮੈਂ ਦੁੱਧ ਪਿਲਾ ਰਿਹਾ ਵਾਂ। ਤਕਰੀਬਨ ਕੋਈ 5 ਕੁ ਬੱਚੇ ਆ ਜਿਹਨਾਂ ਨੂੰ ਮੈਂ ਦੁੱਧ ਪਿਲਾ ਰਿਹਾ ਵਾਂ। ਇਹ ਪੱਠਾਂ ਸੇਮ ਉਹੀ ਬੱਕਰਿਆਂ ਦੀ ਉਮਰ ਦੀਆਂ ਵਾ। ਇਹ ਜਿਹੜੀਆਂ ਇਹ ਪੱਠਾਂ ਮਾਸ਼ਾਅੱਲਾ ਨਾ ਅਤੇ ਹੁਣ ਮੈਂ ਤੁਹਾਨੂੰ ਲੈ ਕੇ ਜਾਂਦਾ ਵਾਂ ਦੂਸਰੇ ਪੋਰਸ਼ਨ ਵਿੱਚ, ਜਾਂ ਤੀਸਰਾ ਪੋਰਸ਼ਨ ਜਿਹੜਾ ਮੈਂ ਹੁਣ ਬਣਾਇਆ ਵਾਂ ਬੱਚਿਆਂ ਦਾ ਹੀ ਪੋਰਸ਼ਨ। ਜਿਹੜੇ ਮੈਂ ਇਹਦੇ 'ਚੋਂ ਕੱਢੇ ਸੀ ਕਮਜ਼ੋਰ ਬੱਚੇ, ਜਿਹੜੇ ਬਿਲਕੁਲ ਦਿਨ ਬ ਦਿਨ ਰਹਿੰਦੇ ਜਾ ਰਹੇ ਸੀਗੇ ਅਤੇ ਸੈੱਟ ਨਹੀਂ ਹੋ ਰਹੇ ਸੀ, ਉਹ ਮੈਂ ਅਲੱਗ ਕੱਢੇ ਆ। ਉਹਨਾਂ ਨੂੰ ਇਸ਼ੂ ਕੀ ਸੀਗਾ ਉਹ ਵੀ ਮੈਂ ਤੁਹਾਨੂੰ ਦੱਸਦਾ ਵਾਂ। ਇਹ ਤੁਸੀਂ ਉਮੀਦ ਆ ਹੋਰ ਨਾ ਤੁਸੀਂ ਇਹ ਦੇਖ ਲਏ ਹੋਏਗੇ। ਅੱਛਾ ਦੋਸਤੋ, ਇਹ ਵਾ ਜੀ ਤੀਸਰਾ ਖਾਨਾ ਜਿਹੜਾ ਨਾ ਹੁਣ ਮੈਂ ਬੱਚਿਆਂ ਦਾ ਜਿਹੜਾ ਬਣਾਇਆ ਵਾ। ਅਤੇ ਇਹ ਹੈਗੇ ਆ ਉਹ ਬੱਚੇ ਆ ਜਿਹੜੇ ਕਿ ਬਿਲਕੁਲ ਕਮਜ਼ੋਰ ਹੋ ਚੁੱਕੇ ਸੀਗੇ। ਅਤੇ ਵਿੱਚ ਜਿਸ ਤਰ੍ਹਾਂ ਇਹ ਬੱਚਾ ਜਿਹੜਾ ਵਾ ਅੱਜ ਜਿਹਨੂੰ ਮੈਂ ਹੱਥ ਲਗਾ ਰਿਹਾ ਵਾਂ, ਇਹਦੀ ਇਹ ਕੰਡੀਸ਼ਨ ਹੋ ਗਈ ਸੀ ਕਿ ਬਿਲਕੁਲ ਹੀ ਡਿੱਗ ਪਿਆ ਸੀ। ਮੈਨੂੰ ਉਮੀਦ ਨਹੀਂ ਸੀ ਕਿ ਇਹ ਬੱਚਾ ਜਿਹੜਾ ਨਾ ਇਹ ਬਚੇਗਾ। ਅਤੇ ਇਹਨਾਂ ਨੂੰ ਮੈਂ ਅਲੱਗ ਕਿਉਂ ਕੀਤਾ ਹੈਗਾ, ਕਿਉਂਕਿ ਕਮਜ਼ੋਰ ਸੀ ਅਤੇ ਤਕਰੀਬਨ ਸਾਰਿਆਂ ਨੂੰ ਇਹ ਲੂਜ਼ ਮੋਸ਼ਨ ਲੱਗੇ ਹੋਏ ਸੀ, ਜਿਹੜੇ ਹਟ ਹੀ ਨਹੀਂ ਰਹੇ ਸੀਗੇ। ਅਤੇ ਇਹਨਾਂ 'ਤੇ ਜਿਹੜੀਆਂ ਮੈਂ ਚੀਜ਼ਾਂ ਇਸਤੇਮਾਲ ਕੀਤੀਆਂ ਹੈਗੀਆਂ ਵਾ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਵਾਂ। ਅਤੇ ਇੱਕ ਇੱਧਰ ਸਾਈਡ 'ਤੇ ਬੱਚਾ ਵਾ, ਇਹ ਵੀ ਹੁਣ ਮਾਸ਼ਾਅੱਲਾ ਠੀਕ ਆ, ਠੀਕ ਖਾ ਪੀ ਰਿਹਾ ਵਾ। ਇਹ ਖੁਰਲੀਆਂ ਵਿੱਚ ਲੂਸਨ ਪਾਇਆ ਹੋਇਆ ਵਾ, ਇਸ ਖੁਰਲੀ 'ਚ ਵੀ ਲੂਸਨ ਪਾਇਆ ਹੋਇਆ ਵਾ। ਇਹ ਵਾ ਬੱਚੇ ਜਿਹੜੇ ਮੈਂ ਅਲੱਗ ਕੀਤੇ ਸੀਗੇ। ਇਹ ਮਾਸ਼ਾਅੱਲਾ ਹੁਣ ਨਾ ਬਿਲਕੁਲ ਠੀਕ ਆ। ਹਾਲਾਂਕਿ ਉੱਧਰ ਮੈਂ ਇਹਨਾਂ ਨੂੰ ਇੰਜੈਕਸ਼ਨ ਵੀ ਲਗਾਏ, ਉਸ ਤੋਂ ਬਾਅਦ ਦਵਾਈ ਵੀ ਲੂਜ਼ ਮੋਸ਼ਨਾਂ ਵਾਸਤੇ ਦਿੰਦਾ ਰਿਹਾ ਵਾਂ, ਅਤੇ ਬੱਚੇ ਸੈੱਟ ਨਹੀਂ ਹੋ ਰਹੇ ਸੀ। ਮੈਂ ਕਿਹਾ ਚਲੋ ਉੱਥੇ ਹੀ ਸੈੱਟ ਹੋ ਜਾਣ, ਪਰ ਇਹ ਨਹੀਂ ਸੈੱਟ ਹੋ ਰਹੇ ਸੀਗੇ ਅਤੇ ਮੈਨੂੰ ਇਹ ਅਲੱਗ ਹੀ ਕਰਨੇ ਪਏ। ਅਤੇ ਮੈਂ ਜਿਹੜੀ ਇਹਨਾਂ 'ਤੇ ਜਿਹੜੀ ਮੈਡੀਸਨ ਇਸਤੇਮਾਲ ਕੀਤੀ ਹੈਗੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿਹੜੀ ਮੈਂ ਇਸਤੇਮਾਲ ਕੀਤੀ ਹੈ, ਅਤੇ ਉਸ ਤੋਂ ਬਾਅਦ ਕਿਹੜੀ ਮੈਡੀਸਨ ਨੇ ਇਹਦੇ 'ਤੇ ਕੰਮ ਕੀਤਾ ਵਾ। ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਨਾ ਵੀ ਇੱਕੋ ਦਵਾਈ ਨੂੰ ਇਸਤੇਮਾਲ ਕਰੀ ਜਾਣਾ। ਅਗਰ ਐਨਰੋ ਆ ਤਾਂ ਉਹ ਇੰਜੈਕਸ਼ਨ ਲਗਾ ਕੇ ਦੇਖਣਾ, ਜਿਸ ਤਰ੍ਹਾਂ ਇਨਕੁਆਇਰ 10 ਆ ਉਹ ਲਗਾ ਲੈਂਦੇ ਆ ਲੂਜ਼ ਮੋਸ਼ਨਾਂ ਤੋਂ ਅਤੇ ਨਹੀਂ ਹਟਦੇ, ਜਾਂ
ਟਰਾਈਬਰਸਨ ਹੈ ਵਾ, ਉਹ ਵੀ ਆਪਾਂ ਲਗਾ ਲਈਦਾ। ਅਤੇ ਕਈਆਂ ਦੋਸਤਾਂ ਨੂੰ ਪਤਾ ਹੀ ਨਹੀਂ ਹੈ ਕਿ ਲੂਜ਼ ਮੋਸ਼ਨਾਂ 'ਤੇ ਕਿਹੜੀ ਦਵਾਈ ਜਿਹੜੀ ਆ ਉਹ ਕੰਮ ਕਰਦੀ ਹੈ। ਸਿਰਫ ਇੱਕ ਮੌਸਮ ਔਰ ਬੱਚੇ ਦੀ ਕੰਡੀਸ਼ਨ ਦੇਖਣੀ ਪੈਂਦੀ ਆ ਕਿ ਯਾਰ ਇਸ ਬੱਚੇ 'ਤੇ ਕਿਹੜੀ ਦਵਾਈ ਜਿਹੜੀ ਉਹ ਕੰਮ ਕਰੇਗੀ। ਇਹ ਨਹੀਂ ਕਿ ਇੱਕ ਦੋ ਦਵਾਈਆਂ ਇਸਤੇਮਾਲ ਕੀਤੀਆਂ ਨਹੀਂ ਕੰਮ ਕੀਤਾ ਤਾਂ ਬੰਦਾ ਵੈਸੇ ਹੀ ਥੱਕ ਜਾਂਦਾ, ਯਾਰ ਪਤਾ ਨਹੀਂ ਇਹ ਬੱਚਾ ਬਚਣਾ ਹੀ ਕੋਈ ਨਹੀਂ। ਇਹ ਜਿਹੜਾ ਹੁਣ ਬੱਚਾ ਖਾ ਰਿਹਾ ਵਾ, ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਇਹ ਕੰਡੀਸ਼ਨ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਇਹਨੇ ਨਾ ਬਚਣਾ ਹੀ ਨਹੀਂ ਹੈ। ਹੁਣ ਮੈਂ ਤੁਹਾਨੂੰ ਦਵਾਈ ਦਿਖਾਉਂਦਾ ਵਾ ਜਿਹੜੀ ਇਹਨੂੰ ਮੈਂ ਪਿਲਾਈ ਆ। ਇਹਨਾਂ ਸਾਰੇ ਬੱਚਿਆਂ ਨੂੰ ਉਹੀ ਫਿਰ ਮੈਂ ਪਿਲਾਈ ਹੈ, ਅਤੇ ਸਿਰਫ 2 ਦਿਨ ਪਿਲਾਈ ਹੈ ਅਤੇ ਮਾਸ਼ਾਅੱਲਾ ਨਾ ਲੂਜ਼ ਮੋਸ਼ਨ ਜਿਹੜੇ ਆ ਬਿਲਕੁਲ ਇਹਨਾਂ ਦੇ ਕਵਰ ਹੋ ਗਏ। ਅਤੇ ਬਾਕੀ ਚਾਰਾ ਉਹੀ ਖੁਸ਼ਕ ਲੂਸਨ, ਅਤੇ ਜਿਹੜਾ ਕੋਈ ਇਹਨਾਂ ਨੂੰ ਕੋਈ ਥੋੜ੍ਹਾ ਬਹੁਤਾ ਵੰਡਾ ਜਿਹੜਾ ਪਾ ਰਿਹਾ ਉਹੀ ਆ। ਅੱਛਾ ਦੋਸਤੋ, ਇਹ ਵਾ ਜੀ ਆਈ ਓਕਸੀ। ਇਹ ਮੁਖਤਲਿਫ ਨਾਮਾਂ ਤੋਂ ਆਉਂਦੀ, ਇਹਦੇ ਵਿੱਚ ਸਾਲਟ ਵੀ ਤੁਸੀਂ ਦੇਖ ਰਹੇ ਹੋ। ਇਹਦੇ ਸਾਲਟ ਹੈਗਾ ਵਾ ਓਕਸੀ ਟੈਟਰਾਸਾਈਕਲੀਨ। ਠੀਕ ਆ, ਮੈਂ ਹੁਣ ਉਹ ਦੂਸਰੇ ਪੋਰਸ਼ਨ 'ਚੋਂ ਨਿਕਲ ਕੇ ਅਤੇ ਇੱਧਰ ਆ ਗਿਆ ਕਿਉਂਕਿ ਬੱਚੇ ਤੰਗ ਬਹੁਤ ਕਰ ਰਹੇ ਸੀਗੇ। ਇਹ ਵਾਇਲ ਹੈ ਵਾ ਓਕਸੀ ਆਈ ਓਕਸੀ, ਅਤੇ ਇਹਦੇ ਸਾਲਟ ਹੈਗਾ ਵਾ ਓਕਸੀ ਟੈਟਰਾਸਾਈਕਲੀਨ, ਅਤੇ ਇਹ ਹੈ ਵਾ 5% ਆ। ਠੀਕ ਆ, ਜਿਹੜੀ ਮੈਂ ਹੁਣ ਬੱਚਿਆਂ ਨੂੰ ਮੈਂ ਇਸਤੇਮਾਲ ਕਰਵਾਈ ਹੈਗੀ ਆ। ਅਤੇ ਉਹਨਾਂ ਬੱਚਿਆਂ ਦੀ ਉਮਰ ਜਿਹੜੀ ਹੈ ਵਾ ਉਹ ਹੈ ਵਾ ਤਕਰੀਬਨ ਕੋਈ 3 ਮਹੀਨੇ ਦੇ ਉਹ ਬੱਚੇ ਆ। ਅਤੇ ਹਾਲਾਂਕਿ ਮੈਂ ਉਹਨਾਂ ਨੂੰ ਐਨਰੋ ਦਾ ਵੀ ਇੰਜੈਕਸ਼ਨ ਲਗਾਇਆ, ਇਨਕੁਆਇਰ 10 ਦਾ ਵੀ ਲਗਾਇਆ, ਉਸ ਤੋਂ ਬਾਅਦ ਇਹਨਾਂ ਨੂੰ ਟਰਾਈਬਰਸਨ ਵੀ ਲਗਾਇਆ, ਉਸ ਤੋਂ ਬਾਅਦ ਸਲਫਾਸਕੋਰ ਜੋ ਵੀ ਹੈ ਸੀ ਨਾ ਮੈਡੀਸਨ, ਉਹ ਮੈਂ ਸਾਰੀ ਮੈਂ ਪਿਲਾਈ ਜਿਹੜੀ ਕਿ ਕਿਸੇ ਮੈਡੀਸਨ ਨੇ ਕੰਮ ਨਹੀਂ ਕੀਤਾ ਹੈਗਾ। ਅਤੇ ਉਸ ਤੋਂ ਬਾਅਦ ਜਿਹੜੀ ਆ ਮੈਂ ਓਕਸੀ ਜਿਹੜੀ ਹੈ ਓਕਸੀ ਟੈਟਰਾਸਾਈਕਲੀਨ 5%, ਇਹ ਮੈਂ ਉਹਨਾਂ ਨੂੰ ਪਿਲਾਈ ਕਿਸ ਤਰ੍ਹਾਂ ਵਾ 5 cc ਭਰ ਕੇ ਸਰਿੰਜ ਦੇ ਵਿੱਚ ਭਰ ਕੇ, ਅਤੇ ਵਿੱਚ ਕੋਈ 3 cc ਪਾਣੀ ਮਿਕਸ ਕਰਕੇ, ਅਤੇ ਉਹ ਫਿਰ ਮੈਂ ਉਹਨਾਂ ਨੂੰ ਪਿਲਾਈ ਆ। ਅਤੇ ਅਲਹਮਦੁਲਿਲਾ ਸਿਰਫ 2 ਦਿਨ ਪਿਲਾਈ ਅਤੇ ਬੱਚੇ ਬਿਲਕੁਲ ਸੈੱਟ ਹੋ ਗਏ। ਇਸ ਤੋਂ ਪਿੱਛੇ ਵੀ ਮੇਰੀਆਂ ਕਾਫੀ ਵੀਡੀਓ ਅਪਲੋਡ ਹੈਗੀਆਂ ਓਕਸੀ ਟੈਟਰਾਸਾਈਕਲੀਨ ਦੇ ਬਾਰੇ 'ਚ, ਅਤੇ ਉਹਦੇ 'ਚ ਮੈਂ ਦੋਸਤਾਂ ਨੂੰ ਕਈ ਦਫਾ ਮੈਂ ਦੱਸਿਆ ਹੈਗਾ ਕਿ ਤੁਸੀਂ ਕੋਈ ਵੀ ਮੈਡੀਸਨ ਹੈ ਨਾ ਉਹਦੇ ਪਿੱਛੇ ਨਾ ਲੱਗ ਜਾ ਕਰੋ ਕਿ ਯਾਰ ਬਸ ਇਹੀ ਦਵਾਈ ਹੈਗੀ, ਇਸ ਤੋਂ ਇਲਾਵਾ ਕਿਸੇ ਨੇ ਕੰਮ ਨਹੀਂ ਕਰਨਾ ਹੈਗਾ। ਠੀਕ ਆ, ਸਿਰਫ ਮੌਸਮ ਦੇਖਿਆ ਕਰੋ ਔਰ ਵਜ੍ਹਾ ਦੇਖਿਆ ਕਰੋ ਕਿ ਯਾਰ ਇਹਨਾਂ ਨੂੰ ਲੂਜ਼ ਮੋਸ਼ਨ ਲੱਗੇ ਕਿਉਂ ਆ। ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਚੱਲ ਗਿਆ ਨਾ ਤਾਂ ਇੰਸ਼ਾਅੱਲਾ ਤੁਸੀਂ ਗੋਟ ਫਾਰਮਿੰਗ ਦੇ ਵਿੱਚ ਕਾਮਯਾਬ ਹੋ। ਇਹ ਮੇਰੇ ਅੱਗੇ ਵਾਇਲ ਪਈ ਆ, ਅਗਰ ਕਿਸੇ ਦੋਸਤ ਨੂੰ ਇਹ ਕੋਈ ਮਸਲਾ ਆਉਂਦਾ ਵਾ, ਇਹ ਨਹੀਂ ਕਿ ਤੁਸੀਂ ਹੁਣ ਤੁਹਾਨੂੰ ਕਿਸੇ ਨੇ ਸਲਫਾਸਕੋਰ ਦੱਸੀ ਹੈਗੀ ਤਾਂ ਤੁਸੀਂ ਉਹੀ ਪਿਲਾਈ ਜਾ ਰਹੇ ਹੋ ਅਤੇ ਨਹੀਂ ਆਰਾਮ ਆਇਆ ਅਤੇ ਤੁਸੀਂ ਉਸ ਤੋਂ ਬਾਅਦ ਉਹ ਐਂਟੀਬਾਇਓਟਿਕ ਚੇਂਜ ਨਹੀਂ ਕੀਤਾ। ਉੱਥੇ ਤੁਹਾਡਾ ਕੰਮ ਆ 2 ਦਿਨ ਇਸਤੇਮਾਲ ਕੀਤਾ ਨਾ, ਤੁਹਾਨੂੰ ਨਹੀਂ। ਮੈਂ ਤਾਂ ਬਾਅਦ ਔਕਾਤ ਇਸ ਤਰ੍ਹਾਂ ਮੈਂ ਦੇਖਣਾ ਹੁੰਦਾ ਕਿ ਅਗਰ 24 ਘੰਟੇ ਦੇ ਅੰਦਰ ਜਾਂ ਬੱਚਾ ਹੋਵੇ ਜਾਂ ਬੱਕਰੀ ਹੋਵੇ, 24 ਘੰਟੇ ਮੈਂ ਸਿਰਫ ਇੰਤਜ਼ਾਰ ਕਰਨਾ ਵਾ। ਕੋਈ ਵੀ ਚੀਜ਼ ਅਗਰ ਮੈਂ ਲਗਾਉਣਾ, ਚਾਹੇ ਐਂਟੀਬਾਇਓਟਿਕ ਆ, ਕੋਈ ਵੀ ਚੀਜ਼ ਆ ਮੈਂ ਲਗਾਉਣਾ ਵਾ। ਅਗਰ ਜਾਨਵਰ ਉਹਦੇ ਨਾਲ ਕੋਈ ਫਿੱਟ ਹੋ ਜਾਵੇ ਤਾਂ ਠੀਕ ਆ, ਨਹੀਂ ਤਾਂ ਮੈਂ ਨਾਲ ਹੀ ਐਂਟੀਬਾਇਓਟਿਕ ਜਿਹੜਾ ਉਹ ਮੈਂ ਚੇਂਜ ਕਰ ਦਿੰਦਾ। ਅਤੇ ਪਹਿਲੀ ਗੱਲ ਹੈ ਕਿ ਇਹ ਮੈਨੂੰ ਮਸਲਾ ਬਣਦਾ ਕੋਈ ਨਹੀਂ, ਕਿਉਂਕਿ ਅਲਹਮਦੁਲਿਲਾ ਹੁਣ ਜਿੰਨਾ ਅਰਸਾ ਹੋ ਚੁੱਕਿਆ ਵਾ ਗੋਟ ਫਾਰਮਿੰਗ ਦੇ ਵਿੱਚ, ਕਿਉਂਕਿ ਜਾਨਵਰ ਦੀ ਕੰਡੀਸ਼ਨ ਦੇਖ ਕੇ ਹੀ ਪਤਾ ਚੱਲ ਜਾਂਦਾ ਵਾ। ਇਹ ਸਿਰਫ ਤੁਹਾਨੂੰ ਦੋਸਤਾਂ ਨੂੰ ਸਮਝਾਉਣ ਵਾਸਤੇ ਇਹ ਗੱਲਾਂ ਮੈਂ ਕਰ ਰਿਹਾ ਵਾਂ ਕਿ ਤੁਹਾਡੀ ਸਮਝ ਵਿੱਚ ਆ ਜਾਵੇ ਕਿ ਇੱਕ ਚੀਜ਼ ਦਾ ਇਹ ਪਿੱਛੇ ਨਾ ਲੱਗਿਆ ਕਰੋ। ਤੁਸੀਂ ਖੁਦ ਬ ਖੁਦ ਹੀ ਇਸ ਚੀਜ਼ 'ਚ ਟ੍ਰੇਨਡ ਹੋ ਜਾਓ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਕਿਹੜੀ ਚੀਜ਼ ਹੈਗੀ ਆ ਜਿਹੜੀ ਇਹਨਾਂ ਚੀਜ਼ਾਂ 'ਤੇ ਕੰਮ ਕਰਦੀ ਹੈ, ਲੂਜ਼ ਮੋਸ਼ਨਾਂ 'ਤੇ। ਠੀਕ ਹੈ ਨਾ, ਇਹ ਨਹੀਂ ਕਿ ਇੱਕ ਇੰਜੈਕਸ਼ਨ ਹੈਗਾ ਉਹ ਸਿਰਫ ਲਗਾ ਹੀ ਸਕਦੇ, ਉਹਨੂੰ ਆਪਾਂ ਪਿਲਾ ਵੀ ਸਕਦੇ ਹਾਂ। ਕਈ ਐਸੀ ਮੈਡੀਸਨ ਹੈ ਜਿਹੜੀਆਂ ਆਪਾਂ ਪਿਲਾ ਸਕਦੇ ਹੈਗੇ ਆ। ਠੀਕ ਆ, ਅਤੇ ਜਿਹੜਾ ਬੰਦਾ ਕੋਈ ਵੀ ਗੋਟ ਫਾਰਮਿੰਗ ਕਰ ਰਿਹਾ ਜਾਂ ਕਰਨਾ ਚਾਹ ਰਿਹਾ, ਜਦੋਂ ਇਹ ਕੰਮ ਸ਼ੁਰੂ ਕਰੇਗਾ ਆਟੋਮੈਟਿਕ ਹੀ ਆਸਤਾ ਟ੍ਰੇਨਡ ਹੋ ਜਾਏਗਾ। ਠੀਕ ਆ, ਅਤੇ ਇੰਨੀ ਕੁ ਵੀਡੀਓ ਸੀ, ਅਤੇ ਇਹ ਚੀਜ਼ 'ਤੇ ਤੁਸੀਂ ਗੌਰ ਕਰ ਲਵੋ ਕਿ ਕੋਈ ਵੀ ਇੰਜੈਕਸ਼ਨ ਜਾਂ ਕੋਈ ਵੀ ਮੈਡੀਸਨ ਜਦੋਂ ਤੁਹਾਡੇ ਨਹੀਂ ਕੰਮ ਕਰਦੀ, ਉੱਥੇ ਤੁਹਾਡਾ ਕੰਮ ਆ ਕਿ ਮੈਡੀਸਨ ਚੇਂਜ ਕਰ ਲਵੋ। ਠੀਕ ਆ, ਪਹਿਲੀ ਗੱਲ ਇਹ ਆ ਕਿ ਜਾਨਵਰ ਦੀ ਜਿਹੜੀ ਕੰਡੀਸ਼ਨ ਔਰ ਚਾਰਾ ਹਰ ਚੀਜ਼ ਸਮਝੋ। ਠੀਕ ਆ, ਸਮਝਣ ਤੋਂ ਬਾਅਦ ਜਦੋਂ ਫਿਰ ਤੁਹਾਨੂੰ ਪਤਾ ਚੱਲ ਜਾਏਗਾ ਕਿ ਯਾਰ ਇਹ ਜਾਨਵਰ 'ਤੇ ਕਿਹੜਾ ਐਂਟੀਬਾਇਓਟਿਕ ਕੰਮ ਕਰੇਗਾ, ਤਾਂ ਖੁਦ ਹੀ ਤੁਸੀਂ ਇੱਕ ਲੈਬਾਰਟਰੀ ਬਣ ਜਾਓਗੇ। ਜਿਸ ਤਰ੍ਹਾਂ ਕਿ ਆਪਾਂ ਲੈਬਾਰਟਰੀ ਵਿੱਚ ਲੈ ਕੇ ਜਾਂਦੇ ਆ ਨਾ ਔਰ ਟੈਸਟ ਕਰਵਾਉਂਦੇ ਆ, ਅਤੇ ਇਨਸ਼ਾਅੱਲਾ ਤੁਹਾਨੂੰ ਖੁਦ ਹੀ ਫਿਰ ਪਤਾ ਚੱਲ ਜਾਏਗਾ ਕਿ ਕਿਹੜੀ ਚੀਜ਼ ਐਸੀ ਹੈਗੀ ਆ ਜਿਹੜੀ ਕਿ ਇੱਥੇ ਕੰਮ ਕਰੇਗੀ। ਅਤੇ ਇਨਸ਼ਾਅੱਲਾ ਉਮੀਦ ਆ ਕਿ ਇਹ ਵੀਡੀਓ ਮੇਰੀ ਅਪਲੋਡ ਕਰਨ ਦੇ ਨਾਲ ਉਮੀਦ ਆ ਕਿ ਕਾਫੀ ਦੋਸਤਾਂ ਦਾ ਫ਼ਾਇਦਾ ਹੋਏਗਾ, ਕਿਉਂਕਿ ਮੈਨੂੰ ਕਾਫੀ ਦੋਸਤਾਂ ਦੀਆਂ ਕਾਲਾਂ ਆਉਂਦੀਆਂ ਵਾ, ਸ਼ਾਹਲ ਭਾਈ ਅਸੀਂ ਵੀ ਇਹ ਚੀਜ਼ਾਂ ਇਸਤੇਮਾਲ ਕਰਦੇ ਹੈਗੇ ਹਾਂ। ਅਤੇ ਬਾਕੀ ਅਗਰ ਹੋਰ ਕੋਈ ਚੀਜ਼, ਹੋਰ ਵੀ ਕਾਫੀ ਚੀਜ਼ਾਂ ਹੈਗੀਆਂ, ਮੈਂ ਇਨਸ਼ਾਅੱਲਾ ਸਟੈਪ ਬਾਈ ਸਟੈਪ ਹਰ ਚੀਜ਼ ਦੇ ਮੁਤਲਕ ਜਿਹੜਾ ਮੈਂ ਵੀਡੀਓ ਅਪਲੋਡ ਕਰਦਾ ਜਾਵਾਂਗਾ, ਔਰ ਇਨਸ਼ਾਅੱਲਾ ਉਮੀਦ ਆ ਕਿ ਦੋਸਤਾਂ ਦਾ फ़ायदा ਹੁੰਦਾ ਜਾਏਗਾ। ਓਕੇ ਜੀ, ਅੱਲਾ ਹਾਫਿਜ਼।